ਆ ਜਿਹੜੇ ਸਾਹਮਣੇ ਘਰ ਆ ਇਹਨਾਂ ਨੂੰ ਪ੍ਰੋਬਲਮ ਸੀ ਕਿ ਟਰਾਂਸਫਾਰਮਰ ਸਾਡੇ ਘਰ ਦੇ ਬਿਲਕੁਲ ਸਾਹਮਣੇ ਲੱਗ ਰਿਹਾ। ਇਹਨਾਂ ਦਾ ਗੇਟ ਦੂਸਰੇ ਪਾਸੇ ਆ, ਇਹਨਾਂ ਨੇ ਕਿਹਾ ਨਹੀਂ ਸਾਡੇ ਮੂਹਰੇ ਲੱਗ ਰਿਹਾ। ਇਹਨਾਂ ਦੀ ਪ੍ਰੋਬਲਮ ਇਹ ਸੀਗੀ। ਅਸੀਂ ਜਾ ਕੇ ਮੈਡਮ ਨੂੰ ਦੱਸੀ ਗੱਲ, ਉਹਨਾਂ ਨੇ ਸਾਡੀ ਗੱਲ ਸੁਣੀ। ਉਹਨਾਂ ਦੀ ਕਿਰਪਾ ਨਾਲ ਚਲੋ ਸਾਡਾ ਕੰਮ ਹੋ ਗਿਆ, ਟਰਾਂਸਫਾਰਮਰ ਲੱਗ ਗਿਆ। ਟਰਾਂਸਫਾਰਮਰ ਦੀ ਤਾਂ ਇੱਥੇ ਜ਼ਰੂਰਤ ਤਾਂ ਹੈ ਨਹੀਂ ਸੀਗੀ ਜੀ। ਗਲੀ ਦਾ ਅੱਜ ਤੋਂ ਕਈ ਸਾਲ ਪਹਿਲਾਂ ਉਹੀ ਟਰਾਂਸਫਾਰਮਰ ਤੋਂ ਸਰੀ ਜਾਂਦਾ ਸੀ। ਇਹ ਤਾਂ 2 ਫੈਕਟਰੀਆਂ ਹੈਗੀਆਂ ਜੀ ਇਹ ਗਲੀ ਦੇ ਵਿੱਚ, ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੈਗੀ ਹੈ ਜੀ, ਉਹਦੇ ਕਰਕੇ ਟਰਾਂਸਫਾਰਮਰ ਲੱਗਿਆ ਜੀ। ਗਲੀ ਵਾਲੇ ਇਕੱਠੇ ਹੋ ਕੇ ਔਰ ਉਹ MLA ਨਾਲ ਜੀ, ਉਹਨਾਂ ਦੇ ਕਾਰਨ ਜਾਣੀ ਕਿ ਇੱਕ ਧੱਕਾ ਸਮਝ ਲਓ, ਜੋ ਮਰਜ਼ੀ ਸਮਝ ਲਓ, ਉਹ ਕਰ ਰਿਹਾ ਜੀ ਕੰਮ। ਬਿਲਕੁਲ ਬੈਨੀਫਿਟ ਰਹੂਗਾ ਜੀ। ਪਿਛਲੇ ਅਸੀਂ ਸਾਲ ਗਰਮੀਆਂ ਦੇ ਦਿਨਾਂ ਵਿੱਚ ਇੱਕ ਟਰਾਂਸਫਾਰਮਰ ਹੋਣ ਦੀ ਵਜ੍ਹਾ ਨਾਲ ਲੋਡ ਬਹੁਤ ਵੱਧ ਘੱਟ ਜਾਣ ਨਾਲ ਟਰਾਂਸਫਾਰਮਰ ਦਾ ਫੇਸ ਉੱਡ ਜਾਣਾ, ਉਹ ਸਾਡੀ ਸਮੱਸਿਆ ਇਸ ਗਰਮੀ 'ਚ ਨਹੀਂ ਹੋਣ ਵਾਲੀ ਹੈਗੀ। ਇਸ ਦਾ ਪੂਰਾ ਬੈਨੀਫਿਟ ਮਿਲੂਗਾ। ਇਸ ਕਰਕੇ ਅਸੀਂ ਮੈਡਮ ਸ਼ੀਨਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਟਰਾਂਸਫਾਰਮਰ ਦਾ ਕੰਮ ਨਿਪਰੇ ਚੜ੍ਹ ਸਕਿਆ। ਉਹਨਾਂ ਨੂੰ ਪ੍ਰੋਬਲਮ ਇਸ ਗੱਲ ਦੀ ਆ ਰਹੀ ਹੈ ਗਲੀ 'ਚ ਕਿ ਇੰਡਸਟਰੀ ਨੂੰ ਲੋੜ ਹੀ ਨਹੀਂ ਪ੍ਰੋਬਲਮ ਆ ਰਹੀ ਕਿ ਉਹਨੇ ਗੱਡੀ ਆਉਣੀ ਵੱਡੀ, ਠੀਕ ਹੈ ਨਾ। ਉਹ ਇਹ ਚੀਜ਼ ਜਸਟੀਫਾਈ ਨਹੀਂ ਕਰ ਰਹੇ ਵੀ ਕਿਉਂ ਕੀ ਪ੍ਰੋਬਲਮ। ਕਹਿੰਦੇ ਲੋਡਿੰਗ ਸੀਮੈਂਟ ਰੇਤਾ ਆਉਣਾ, ਕਿਹੜੇ ਟਿੱਪਰ ਗਲੀ 'ਚ ਆਉਂਦੇ ਨਹੀਂ ਦੱਸੋ ਪਹਿਲਾਂ। ਗਲੀ 'ਚ ਟਿੱਪਰ ਆਉਣੇ ਨੇ, ਇਹਦਾ ਸਿਰਫ ਉਹਨਾਂ ਫੈਕਟਰੀ ਵਾਲਿਆਂ ਨੂੰ ਚਾਹੀਦਾ ਸੀਗਾ ਵੀ ਗਲੀ ਦੇ ਬੈਕ 'ਤੇ ਲੱਗ ਗਿਆ ਵੀ ਸਾਡਾ ਰਸਤਾ ਖੁੱਲ੍ਹਾ ਹੋ ਗਿਆ, ਤਾਂ ਉਹਨਾਂ ਨੇ ਮੂਹਰੇ ਨਹੀਂ ਲਾਉਣ ਦਿੱਤਾ। ਇਹ ਆਪਾਂ ਨਾ ਖੁਸ਼ ਹਾਂ। ਗੇਟ ਅੱਗੇ ਕੋਈ ਚੀਜ਼ ਲਾਉਣੀ ਕੋਈ ਜਸਟੀਫਾਈ ਨਹੀਂ ਕਰਦੀ ਉਸ ਸਿਚੁਏਸ਼ਨ ਨੂੰ। ਸਾਡੇ ਗੇਟ ਅੱਗੇ, ਅਸੀਂ ਤੁਹਾਡੇ ਗੇਟ ਅੱਗੇ ਕੋਈ ਚੀਜ਼ ਜਾ ਕੇ ਲਾ ਦੀ, ਤੁਹਾਨੂੰ ਕਿੱਦਾਂ ਲੱਗੇਗਾ? ਅਸੀਂ ਹੁਣ ਸਰ ਰਹਿ ਗਏ ਇਕੱਲੇ। ਉਹ ਹੁਣ ਪਰਿਓ ਮਹੱਲਾ ਇਕੱਠਾ ਕਰ ਲਿਆ, MLA ਲੈ ਆਏ ਨਾਲ, ਮੁਲਾਜ਼ਮ ਬੁਲਾ ਲਏ ਜੀ, ਚਾਹੇ ਉਹ ਧੱਕੇ ਨਾਲ ਹੀ ਕਰ ਰਹੇ ਆ ਕੰਮ, ਉਹ ਕਰੀ ਜਾ ਰਹੇ ਆ। ਸਰਕਾਰੀ ਕੰਮਾਂ 'ਚ ਕਈ ਵਾਰ ਵਿਘਨ ਪੈਣ ਦੀਆਂ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਇਸ ਵਕਤ ਮੌਜੂਦ ਹਾਂ ਹਲਕਾ ਦੱਖਣੀ, MLA ਨੇ ਰਜਿੰਦਰਪਾਲ ਕੌਰ ਛੀਨਾ, ਉਹਨਾਂ ਦਾ ਇੱਕ ਵਾਰਡ ਨੰਬਰ 34 ਹੈ, ਗਲੀ ਨੰਬਰ 7, ਉੱਥੇ ਪਹੁੰਚੇ ਹੋਏ ਆ। ਉੱਥੇ ਇੱਕ ਘਰ ਦੇ ਵੱਲੋਂ ਕੁਝ ਆਪੱਤੀ ਜ਼ਾਹਰ ਕੀਤੀ ਗਈ ਸੀਗੀ ਬਿਜਲੀ ਦੇ ਟਰਾਂਸਫਾਰਮਰ ਨੂੰ ਲੈ ਕੇ, ਲੇਕਿਨ ਬਾਕੀ ਗਲੀ ਮੁਹੱਲੇ ਦੇ ਖੱਬੇ ਸੱਜੇ ਜਿੰਨੇ ਵੀ ਘਰ ਨੇ, ਪਤਵੰਤੇ ਸੱਜਣ ਨੇ, ਉਹ ਸਾਰੇ ਇੱਕ ਰਾਏ ਹੋਏ ਨੇ, ਇੱਕ ਮਤ ਹੋਏ ਨੇ। ਕੀ ਹੋਇਆ ਗੱਲਬਾਤ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕੀ ਮਾਮਲਾ ਹੋਇਆ ਤੇ ਕੀ ਡਿਸਾਈਡ ਹੋਇਆ? ਮੈਂ ਡਿਸਾਈਡ ਇਹ ਹੋਇਆ ਜੀ, ਆ ਜਿਹੜੇ ਸਾਹਮਣੇ ਘਰ ਆ ਇਹਨਾਂ ਨੂੰ ਪ੍ਰੋਬਲਮ ਸੀ ਕਿ ਟਰਾਂਸਫਾਰਮਰ ਸਾਡੇ ਘਰ ਦੇ ਬਿਲਕੁਲ ਸਾਹਮਣੇ ਲੱਗ ਰਿਹਾ। ਇਹਨਾਂ ਦਾ ਗੇਟ ਦੂਸਰੇ ਪਾਸੇ ਆ, ਇਹਨਾਂ ਨੇ ਕਿਹਾ ਨਹੀਂ ਸਾਡੇ ਮੂਹਰੇ ਲੱਗ ਰਿਹਾ। ਇਹਨਾਂ ਦੀ ਪ੍ਰੋਬਲਮ ਇਹ ਸੀਗੀ। ਅਸੀਂ ਜਾ ਕੇ ਮੈਡਮ ਨੂੰ ਦੱਸੀ ਗੱਲ, ਉਹਨਾਂ ਨੇ ਸਾਡੀ ਗੱਲ ਸੁਣੀ। ਉਹਨਾਂ ਦੀ ਕਿਰਪਾ ਨਾਲ ਚਲੋ ਸਾਡਾ ਕੰਮ ਹੋ ਗਿਆ, ਟਰਾਂਸਫਾਰਮਰ ਲੱਗ ਗਿਆ। ਹੁਣ ਕੋਈ ਪ੍ਰੋਬਲਮ ਨਹੀਂ ਹੈਗੀ। ਸਾਰੇ ਮੱਲੇ ਵਾਲੇ ਇਕੱਠ ਹੋਏ ਨੇ। ਹਾਂਜੀ ਸਾਰਾ ਮੱਲੇ, ਕੁਝ ਬਜ਼ੁਰਗ ਖੜੇ ਹੋਏ ਨੇ। ਬਾਬਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਬਾ ਜੀ ਕੀ ਡਿਸਾਈਡ ਹੋਇਆ, ਹੁਣ ਕੀ ਨਤੀਜਾ ਨਿਕਲਿਆ? ਉਹਨਾਂ ਨੂੰ ਦੱਸਤਾ ਠੀਕ ਆ ਜੀ, ਜੋ ਇਹ ਕਹਿੰਦੇ ਆ ਉਹੀ ਮੈਂ ਕਹੂੰਗਾ। ਮੈਂ ਠੀਕ ਦਿੱਤਾ ਉਹੀ ਹੈ, ਜੇ ਹੋ ਗਿਆ ਸਾਡਾ ਕੰਮ ਜਨਰੇਟਰ ਚੱਲ ਪਿਆ ਟਰਾਂਸਫਾਰਮਰ, ਤੇ ਉਹ ਇੱਕ ਹੋਇਆ ਉਹਨਾਂ ਨਾਲ ਸ਼ੀਨਾ ਜੀ ਨਾਲ, ਤੇ ਉਹਨਾਂ ਦੀ ਕਿਰਪਾ ਨਾਲ ਹੋ ਗਿਆ। ਉਹਨਾਂ ਕੋਲ ਗਏ ਸੀ ਅਸੀਂ, ਉਹ ਦੱਸਿਆ। ਹੋਰ ਸਿਆਣੇ ਖੜੇ ਹੋਏ ਨੇ। ਅੰਕਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਡਿਸਾਈਡ ਹੋਇਆ ਤੇ ਤੁਹਾਡੇ ਸਾਰਿਆਂ ਦੇ ਹੁਣ ਦਿਲ ਦੇ ਵਿੱਚ ਕਿੰਨੀ ਕੁ ਤਸੱਲੀ ਹੈ? ਬਹੁਤ ਤਸੱਲੀ ਹੈ ਜੀ। ਅਸੀਂ ਮਿਸਟਰ ਮੈਡਮ ਸ਼ੀਨਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਹਾਂ, ਇਹਦਾ ਹੁਣ ਜਿਹੜਾ ਟਰਾਂਸਫਾਰਮਰ ਮਹੱਲੇ 'ਚ ਲੱਗਿਆ, ਗਲੀ 'ਚ ਲੱਗਿਆ, ਇਹਦਾ ਜਿਹੜਾ ਬੈਨੀਫਿਟ ਹੈ ਤੁਹਾਨੂੰ ਮਹੱਲੇ ਵਾਲਿਆਂ ਨੂੰ ਕੀ ਹੋਊਗਾ? ਬਿਲਕੁਲ ਬੈਨੀਫਿਟ ਰਹੂਗਾ ਜੀ। ਪਿਛਲੇ ਅਸੀਂ ਸਾਲ ਗਰਮੀਆਂ ਦੇ ਦਿਨਾਂ ਵਿੱਚ ਇੱਕ ਟਰਾਂਸਫਾਰਮਰ ਹੋਣ ਦੀ ਵਜ੍ਹਾ ਨਾਲ ਲੋਡ ਬਹੁਤ ਵੱਧ ਘੱਟ ਜਾਣ ਨਾਲ ਟਰਾਂਸਫਾਰਮਰ ਦਾ ਫੇਸ ਉੱਡ ਜਾਣਾ, ਉਹ ਸਾਡੀ ਸਮੱਸਿਆ ਇਸ ਗਰਮੀ 'ਚ ਨਹੀਂ ਹੋਣ ਵਾਲੀ ਹੈਗੀ। ਇਸ ਦਾ ਪੂਰਾ ਬੈਨੀਫਿਟ ਮਿਲੂਗਾ। ਇਸ ਕਰਕੇ ਅਸੀਂ ਮੈਡਮ ਸ਼ੀਨਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਟਰਾਂਸਫਾਰਮਰ ਦਾ ਕੰਮ ਨਿਪਰੇ ਚੜ੍ਹ ਸਕਿਆ। ਬਿਲਕੁਲ ਠੀਕ ਹੈ। ਸੋ ਤੁਹਾਨੂੰ ਦਿਖਾ ਵੀ ਦਿੰਦੇ ਆ, ਇਸ ਵਕਤ ਅਸੀਂ ਮੌਕੇ 'ਤੇ ਮੌਜੂਦ ਹਾਂ, ਤੇ ਇਹ ਉਹ ਟਰਾਂਸਫਾਰਮਰ ਹੈ ਜਿਹੜਾ ਲੱਗ ਰਿਹਾ ਹੈ, ਤੇ ਇੱਕ ਉਹ ਬੈਕ ਸਾਈਡ 'ਤੇ ਘਰ ਹੈ। ਉਹ ਜਿਹੜੇ ਘਰ ਦੇ ਵਸਨੀਕ ਨੇ ਉਹਨਾਂ ਨੂੰ ਥੋੜ੍ਹੀ ਦਿੱਕਤ ਜ਼ਰੂਰ ਸੀ, ਕਿਉਂਕਿ ਇਹ ਉਹਨਾਂ ਦਾ ਮੇਨ ਗੇਟ ਨਹੀਂ ਹੈ, ਇਹ ਉਹਨਾਂ ਦਾ ਘਰ ਦਾ ਇੱਕ ਬੈਕ ਗੇਟ ਹੈ। ਮੇਨ ਗੇਟ ਇਸ ਘਰ ਦਾ ਅਗਲੇ ਪਾਸੇ ਹੈ, ਤੇ ਇਹ ਵਾਲਾ ਜਿਹੜਾ ਪਲਾਟ ਦਾ ਇਹ ਬੈਕ ਗੇਟ ਹੈ, ਤੇ ਇਸ ਤੋਂ ਵੀ 5 ਫੁੱਟ ਤੋਂ ਜ਼ਿਆਦਾ ਗੈਪ 'ਤੇ ਇਹ ਟਰਾਂਸਫਾਰਮਰ ਲੱਗਿਆ ਹੈ। ਤੁਹਾਨੂੰ ਫਿਰ ਦਿਖਾ ਰਹੇ ਹਾਂ ਕਿ ਇਹ ਘਰ ਦਾ, ਇਹ 2 ਗਲੀਆਂ ਘਰ ਬਣਦਾ ਇੱਕ ਤਰ੍ਹਾਂ, ਤੇ ਇਹ ਇਸ ਘਰ ਦਾ ਬੈਕ ਵਾਲਾ ਗੇਟ ਹੈ ਜਿਹੜਾ ਕਿ ਰੇਅਰਲੀ ਯੂਜ਼ ਹੁੰਦਾ ਹੈ। ਤੇ ਇਸ ਬੈਕ ਗੇਟ ਤੋਂ ਜੇ ਆਪਾਂ ਗੱਲ ਕਰੀਏ ਟਰਾਂਸਫਾਰਮਰ ਦੇ ਗੈਪ ਦੀ ਗੱਲ ਕਰੀਏ ਤਾਂ ਉਹ ਤਕਰੀਬਨ 5 ਫੁੱਟ ਤੋਂ ਜ਼ਿਆਦਾ ਦਾ ਗੈਪ ਹੈ, ਜੋ ਕਿ ਜੇ ਕੋਈ ਸਰਕਾਰੀ ਕੰਮ ਹੋਣਾ, ਜੇ ਮੁਹੱਲੇ ਵਾਲਿਆਂ ਦੀ ਸਹੂਲਤ ਦੇ ਵਾਸਤੇ ਕੋਈ ਚੀਜ਼ ਸਰਕਾਰ ਲਾਉਂਦੀ ਹੈ ਜਾਂ PSPCL ਲਾਉਂਦੀ ਹੈ, ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਮੁਹੱਲਾ ਵਾਸੀਆਂ ਦਾ ਫਾਇਦਾ ਹੁੰਦਾ ਹੈ। ਪਰ ਜਦੋਂ ਕੋਈ ਇੱਕ ਅੱਧਾ ਘਰ ਸਹਿਯੋਗ ਨਹੀਂ ਦਿੰਦਾ ਤਾਂ ਕਈ ਵਾਰ ਕੁਝ ਆਪਸ 'ਚ ਆਰਗੂਮੈਂਟ ਵਾਲੇ ਵੀ ਜਿਹੜੀ ਸਿਚੁਏਸ਼ਨ ਹੈ ਉਹ ਖੜੀ ਹੋ ਜਾਂਦੀ ਹੈ। ਲੇਕਿਨ ਜੇ ਓਵਰਆਲ ਜੀ ਗੱਲ ਕਰੀਏ ਤਾਂ ਉਹ ਇੱਕੋ ਘਰ ਸੀਗਾ ਜਦੋਂ ਦਿਖਾ ਕੇ ਹਟਿਆ, ਜਿਹਦੀ ਬੈਕ ਗਲੀ ਦੇ ਨਾਲ ਪਿਛਲੇ ਪਾਸੇ ਦਰਵਾਜ਼ਾ ਕੱਢਿਆ ਹੋਇਆ, ਲੇਕਿਨ ਕਿਤੇ ਨਾ ਕਿਤੇ ਗੈਪ ਹੈ। ਪਰ ਉਹਦੇ ਨਾਲ
ਜਿਹੜੇ ਆਸੇ-ਪਾਸੇ ਖੱਬੇ ਸੱਜੇ ਜਿੰਨੇ ਵੀ ਘਰ ਹੈਗੇ ਆ ਉਹਨਾਂ ਨੂੰ ਸੁੱਖ ਹੈ, ਕਿਉਂਕਿ ਹੁਣ ਜਿਹੜੀ ਲੋਡਿੰਗ ਕੈਪੈਸਿਟੀ ਹੈ ਉਹ ਵੱਧ ਗਈ ਹੈ। ਕਿਉਂਕਿ ਅੱਗੇ ਲੋਡ ਗਰਮੀਆਂ 'ਚ ਪੈਂਦਾ ਸੀਗਾ ਤਾਂ ਕਿਤੇ ਨਾ ਕਿਤੇ ਬਿਜਲੀ ਫਿਰ ਗੁੱਲ ਹੋ ਜਾਂਦੀ ਸੀਗੀ। ਤਾਂ ਹੁਣ ਜੋ ਨਵਾਂ ਟਰਾਂਸਫਾਰਮਰ ਲੱਗ ਰਿਹਾ, ਇਸ ਵਕਤ ਦੇਖ ਪਾ ਰਹੇ ਹੋ ਕਿ ਨਵੇਂ ਟਰਾਂਸਫਾਰਮਰ ਨੂੰ ਉੱਥੇ ਲਗਾਇਆ ਜਾ ਰਿਹਾ। ਸੋ ਉਸ ਦੇ ਨਾਲ ਹੁਣ ਇਸ ਤਰ੍ਹਾਂ ਦਾ ਆਪਾਂ ਕੱਢ ਸਕਦੇ ਹਾਂ ਕਿ ਕਿਤੇ ਨਾ ਕਿਤੇ ਇਹ ਇੱਕ ਹੈਲਪਫੁਲ ਹੋਊਗਾ ਤੇ ਕਿਤੇ ਨਾ ਕਿਤੇ ਮੁਹੱਲਾ ਨਿਵਾਸੀਆਂ ਨੂੰ ਇਸ ਚੀਜ਼ ਦਾ ਸਹਿਯੋਗ ਕਾਫੀ ਮਿਲੂਗਾ ਤੇ ਮੁਹੱਲਾ ਨਿਵਾਸੀਆਂ ਨੂੰ ਗਰਮੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਜੋ ਵੀ ਇੱਥੇ ਹੁਣ ਬਿਜਲੀ ਦੀ ਲੋਡਿੰਗ ਹੋਊਗੀ ਉਹਦੇ ਵਿੱਚ ਕੁਝ ਨਿਜਾਤ ਮਿਲ ਸਕਦੀ ਹੈ, ਕੱਟ ਨਹੀਂ ਲੱਗਣਗੇ। ਬਾਕੀ ਗੱਲਬਾਤ ਕਰ ਰਹੇ ਨੇ, ਇੱਕ ਪੱਖ ਦੋਨੋਂ ਪੱਖ ਲੈਣੇ ਜ਼ਰੂਰੀ ਹੁੰਦੇ ਨੇ। ਸੋ ਇਹ ਉਹ ਘਰ ਹੈ ਜਿਨ੍ਹਾਂ ਨੂੰ ਥੋੜੀ ਜਿਹੀ ਦਿੱਕਤ ਸੀ, ਆਪੱਤੀ ਸੀ। ਸੋ ਹੁਣ ਉਸ ਘਰ ਦੇ ਵਿੱਚ ਆਏ ਆ ਜਿਨ੍ਹਾਂ ਦੀ ਇਹ ਬੈਕ ਸਾਈਡ ਹੈ ਘਰ ਦੀ। ਸੋ ਹੁਣ ਘਰ ਦੇ ਫਰੰਟ ਵਾਲੇ ਪਾਸੇ ਜਾਂਦੇ ਆ ਤੇ ਜੇ ਉਹ ਇੱਥੇ ਮੌਜੂਦ ਹੋਣ ਤਾਂ ਉਹਨਾਂ ਨਾਲ ਗੱਲ ਜ਼ਰੂਰ ਕਰਾਂਗੇ। ਸੋ ਜਿਹੜੇ ਮਾਲਕ ਨੇ ਘਰ ਦੇ ਹੈਗੇ ਨੇ ਘਰ ਦੇ ਮਾਲਕ, ਉਹਨਾਂ ਗੱਲਬਾਤ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣੇ ਮੁਹੱਲੇ ਵਾਲੇ ਇੱਕ ਪਾਸੇ ਹੋਏ ਨੇ, ਉਹ ਕਹਿੰਦੇ ਜੀ ਸਾਡਾ ਗਰਮੀਆਂ ਦੇ ਵਿੱਚ ਜਿਹੜੇ ਲੋਡ ਹੈ ਉਹ ਟਰਾਂਸਫਾਰਮਰ ਤੇ ਵੱਧਦਾ ਸੀਗਾ, ਨਵੇਂ ਟਰਾਂਸਫਾਰਮਰ ਸਾਨੂੰ ਸੁੱਖ ਰਹੂਗਾ। ਲੇਕਿਨ ਬੀਇੰਗ ਮੀਡੀਆ ਸਾਡਾ ਫਰਜ਼ ਬਣਦਾ ਕਿ ਅਸੀਂ ਦੋਨੋਂ ਪੱਖਾਂ ਦੀ ਜਿਹੜੀ ਆਵਾਜ਼ ਹੈ ਉਹ ਅਸੀਂ ਲਈਏ ਤਾਂ ਕਿ ਲੋਕ ਵੀ ਫੈਸਲਾ ਕਰ ਸਕਣ ਵੀ ਕੌਣ ਸਹੀ ਹੈ ਜਾਂ ਕੌਣ ਗਲਤ ਹੈ। ਇੱਕ ਪਾਸੇ ਮੁਹੱਲਾ ਨਿਵਾਸੀ ਖੁਸ਼ ਨੇ, ਉਹ ਕਹਿ ਰਹੇ ਆ ਜੀ ਸਾਡੇ ਟਰਾਂਸਫਾਰਮਰ ਲੱਗਿਆ, ਗਰਮੀਆਂ 'ਚ ਕੱਟ ਨਹੀਂ ਲੱਗੂਗਾ। ਪਰ ਇੱਕ ਪਾਸੇ ਤੁਹਾਡੀ ਮਿਹਨਤ ਦੀ ਕਮਾਈ ਨਾਲ ਤੁਹਾਡੀ ਲਈ ਹੋਈ ਇਹ ਪ੍ਰਾਪਰਟੀ ਹੈ, ਤੁਹਾਡੀ ਜਾਇਦਾਦ ਹੈ, ਤੁਹਾਡਾ ਪਲਾਟ ਹੈ, ਤੁਹਾਡਾ ਘਰ ਹੈ, ਤੁਹਾਡਾ ਇਹ ਤਾਂ ਫਰੰਟ ਗੇਟ ਹੈ, ਇਹ ਸਮਝ ਤੇ ਆ ਰਿਹਾ। ਉਹ ਇੱਕ ਬੈਕ ਗੇਟ ਹੈ, ਕੰਧ ਵੀ ਤੋੜੀ ਗਈ ਹੈ, ਥੋੜਾ ਬਾਅਦ 'ਚ ਗੇਟ ਕੱਢਿਆ ਹੋਇਆ। ਸੋ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਉਹ ਜਿਹੜਾ ਬੈਕ ਗੇਟ ਹੈ ਉਹਨੂੰ ਇਸ ਫਰੰਟ ਦੇ ਮੁਕਾਬਲੇ ਕਿੰਨਾ ਕੁ ਜ਼ਿਆਦਾ ਇਸਤੇਮਾਲ ਕਰੋਗੇ? ਅਸੀਂ ਸਰ ਉਧਰ ਜਾਣੀ ਕਿ 8 ਫੁੱਟ ਦਾ ਗੇਟ ਲਾਉਣਾ ਸੀਗਾ ਜੀ, ਵੀ ਉਧਰ ਗੱਡੀ ਖੜੀ ਕਰਨ ਵਾਸਤੇ, ਇਸ ਕਰਕੇ ਉਹ ਗੇਟ ਵੱਡਾ ਕਰਿਆ ਜੀ। ਤੇ ਬਾਕੀ ਟਰਾਂਸਫਾਰਮ ਦੀ ਤਾਂ ਇੱਥੇ ਜ਼ਰੂਰਤ ਤਾਂ ਹੈ ਨਹੀਂ ਸੀਗੀ ਜੀ। ਗਲੀ ਦਾ ਅੱਜ ਤੋਂ ਕਈ ਸਾਲ ਪਹਿਲਾਂ ਉਹੀ ਟਰਾਂਸਫਾਰਮ ਤੋਂ ਸਰੀ ਜਾਂਦਾ ਸੀ। ਇਹ ਤਾਂ 2 ਫੈਕਟਰੀਆਂ ਹੈਗੀਆਂ ਜੀ ਇਹ ਗਲੀ ਦੇ ਵਿੱਚ, ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੈਗੀ ਹੈ ਜੀ, ਉਹਦੇ ਕਰਕੇ ਟਰਾਂਸਫਾਰਮ ਲੱਗਿਆ ਜੀ। ਗਲੀ ਵਾਲੇ ਇਕੱਠੇ ਹੋ ਕੇ ਔਰ ਉਹ MLA ਨਾਲ ਜੀ, ਉਹਨਾਂ ਦੇ ਕਾਰਨ ਜਾਣੀ ਕਿ ਇੱਕ ਧੱਕਾ ਸਮਝ ਲਓ, ਜੋ ਮਰਜ਼ੀ ਸਮਝ ਲਓ, ਉਹ ਕਰ ਰਿਹਾ ਜੀ ਕੰਮ। ਇੱਕ ਬਾਈ ਜੀ ਹੋਰਾਂ ਮੌਜੂਦ ਨੇ। ਬਾਈ ਜੀ ਮਿਹਨਤ ਦੀ ਕਮਾਈ, ਤੁਹਾਡੇ ਪੈਸੇ, ਮਤਲਬ ਮਰਜ਼ੀ ਵੀ ਤੁਹਾਡੀ ਹੋਣੀ ਚਾਹੀਦੀ ਆ। ਤੁਹਾਡਾ ਪਲਾਟ, ਤੁਹਾਡਾ ਮਕਾਨ, ਤੁਹਾਡੀ ਕੰਸਟਰਕਸ਼ਨ, ਠੀਕ ਹੈ। ਹੁਣ ਜੇ ਤੁਸੀਂ ਇਹ ਪਲਾਟ ਲਿਆ ਜਿਹਦੇ ਪਿੱਛੇ ਵੀ ਗਲੀ ਨਿਕਲਦੀ ਹੈ, ਕੋਈ ਸੋਚ ਕੇ ਲਿਆ ਹੋਣਾ, ਤੇ ਜੇ ਪਿੱਛੇ ਗਲੀ ਦੇ ਕੰਧ ਸੀ, ਜੇ ਤੁਸੀਂ ਕੰਧ ਖੋਲ ਰਹੇ ਹੋ, ਗੇਟ ਲਾ ਰਹੇ ਹੋ 7-8 ਫੁੱਟ ਦਾ, ਤਾਂ ਉਸ ਤੋਂ ਬਾਅਦ ਹੁਣ ਉੱਥੇ ਟਰਾਂਸਫਾਰਮਰ ਲੱਗ ਰਿਹਾ, ਭਾਵੇਂ 5 ਫੁੱਟ ਗੈਪ ਤੇ ਲੱਗ ਰਿਹਾ। ਤੁਸੀਂ ਇਹਨੂੰ ਜਸਟੀਫਾਈ ਕਿਵੇਂ ਕਰਦੇ ਹੋ ਕਿ ਜੋ ਤੁਸੀਂ ਕਰ ਰਹੇ ਸੀਗੇ ਜਾਂ ਚਾਹੁੰਦੇ ਸੀਗੇ ਉਹ ਠੀਕ ਸੀ? ਜੋ ਅਸੀਂ ਸੋਚਿਆ ਸੀ ਉਹ ਤੋਂ ਉਲਟ ਹੋ ਗਿਆ, ਕਿਉਂ ਉਹ ਮੇਨ ਗਲੀ ਆ ਐਂਟਰੈਂਸ। ਜੇ ਆਪਾਂ ਮੇਨ ਰੋਡ ਤੋਂ ਉਤਰੀਓ ਸਟ੍ਰੇਟ ਆਪਾਂ ਘਰ ਨੂੰ ਆਉਂਦੇ ਆ ਨਾ, ਬੈਕ ਡੋਰ। ਹੁਣ ਜੇ ਅਸੀਂ ਇੱਧਰ ਦੀ ਆਉਂਦੇ ਸਾਨੂੰ ਘੁੰਮ ਕੇ ਬਹੁਤ ਆਉਣਾ ਪੈਂਦਾ ਵਾ, ਅਸੀਂ ਤਾਂ ਹੀ ਉੱਧਰ ਗੇਟ ਰੱਖਿਆ ਵਾ। ਅਸੀਂ ਕਮਲੇ ਥੋੜ੍ਹਾ ਨਾ ਜਿਨ੍ਹਾਂ ਨੇ ਗੇਟ ਉੱਧਰ ਰੱਖਿਆ ਆਪਣਾ ਸਪੈਸ਼ਲੀ। ਬਟ ਹੁਣ ਜੇ ਗਲੀ ਵਾਲੇ ਕਹਿੰਦੇ ਜੀ ਸਾਨੂੰ ਵਿਚਾਲੇ ਪ੍ਰੋਬਲਮ ਆਉਂਦੀ ਹੈ, ਜੇ ਫਰੰਟ ਤੇ ਲਾਉਂਦਾ ਸੀ ਟਰਾਂਸਫਾਰਮ ਲੱਗਦਾ, ਉਹਨਾਂ ਨੂੰ ਪ੍ਰੋਬਲਮ ਇਸ ਗੱਲ ਦੀ ਆ ਰਹੀ, ਉਹ ਗਲੀ 'ਚ ਹੈਗੀ ਇੰਡਸਟਰੀ ਨੂੰ ਲੋਡਿੰਗ 'ਚ ਪ੍ਰੋਬਲਮ ਆ ਰਹੀ ਕਿ ਉਹਨੇ ਗੱਡੀ ਆਉਣੀ ਹੈ ਵੱਡੀ, ਠੀਕ ਹੈ ਨਾ। ਉਹ ਇਹ ਚੀਜ਼ ਜਸਟੀਫਾਈ ਨਹੀਂ ਕਰ ਰਹੇ ਵੀ ਕਿਉਂ ਕੀ ਪ੍ਰੋਬਲਮ ਆ। ਕਹਿੰਦੇ ਲੋਡਿੰਗ ਸੀਮੈਂਟ ਰੇਤ ਤਾਂ ਆਉਣਾ, ਕਿਹੜੇ ਟਿੱਪਰ ਗਲੀ 'ਚ ਆਉਂਦੇ ਨੇ ਜੀ ਦੱਸੋ ਪਹਿਲਾਂ? ਗਲੀ 'ਚ ਟਿੱਪਰ ਆਉਣੇ ਨੇ? ਇਹ ਤਾਂ ਸਿਰਫ ਉਹਨਾਂ ਫੈਕਟਰੀ ਵਾਲਿਆਂ ਨੂੰ ਚਾਹੀਦਾ ਸੀਗਾ ਵੀ ਗਲੀ ਦੇ ਬੈਕ ਤੇ ਲੱਗ ਗਿਆ ਵੀ ਸਾਡਾ ਰਸਤਾ ਖੁੱਲ੍ਹਾ ਹੋ ਗਿਆ, ਤਾਂ ਉਹਨਾਂ ਨੇ ਮੂਹਰੇ ਨਹੀਂ ਲਾਉਣ ਦਿੱਤਾ। ਇਹ ਆਪਾਂ ਨਾ ਖੁਸ਼ ਆ ਇਸ ਚੀਜ਼ ਤੋਂ ਬਿਲਕੁਲ। ਸੋ ਇੱਕ ਇਹ ਪਰਿਵਾਰ ਹੈ ਜਿਹੜਾ ਨਾ ਖੁਸ਼ ਹੈ, ਕਿਉਂਕਿ ਜਦੋਂ ਆਪਣੀ ਕਮਾਈ ਹੈ, ਆਪਣੀ ਪ੍ਰਾਪਰਟੀ ਹੈ, ਆਪਣੀ ਰਜਿਸਟਰੀ ਹੈ, ਆਪਾਂ ਮਾਲਕ ਹਾਂ, ਤਾਂ ਮਰਜ਼ੀ ਵੀ ਆਪਣੀ ਹੀ ਚੱਲਣੀ ਚਾਹੀਦੀ ਹੈ। ਲੇਕਿਨ ਜਦੋਂ ਬੰਦਾ ਮੁਹੱਲੇ 'ਚ ਰਹਿੰਦਾ, ਸਮਾਜ 'ਚ ਰਹਿੰਦਾ, ਤਾਂ ਸਾਰਾ ਤਾਣਾ ਬਾਣਾ ਦੇਖਣਾ ਪੈਂਦਾ। ਇੱਕ ਪਾਸੇ ਇਹ ਪਰਿਵਾਰ ਹੈ ਜਿਹੜੇ ਕਹਿੰਦੇ ਆ ਕਿ ਅਸੀਂ 2 ਗਲੀਆਂ ਪਲਾਟ ਹੀ ਤਾਂ ਲਿਆ ਸੀ, ਮਕਾਨ ਹੀ ਤਾਂ ਉਸਾਰਿਆ ਕਿ ਸਾਨੂੰ ਫਰੰਟ ਦੇ ਨਾਲ ਬੈਕ ਗੇਟ, ਦੋਨੋਂ ਗੇਟਾਂ ਦੀ ਲੋੜ ਹੈ, ਆਵਸ਼ਕਤਾ ਹੈ, ਉਸ ਨੂੰ ਯੂਜ਼ 'ਚ ਲੈ ਕੇ ਆਉਣਾ। ਲੇਕਿਨ ਇਹਨਾਂ ਨਾਲ ਇਹ ਵੀ ਕਿਹਾ ਕਿ ਜਿਹੜੇ ਪਿੱਛੇ ਸਾਰੇ ਮਹੱਲੇ ਵਾਲੇ ਇਕੱਠੇ ਹੋਏ ਨੇ, ਉਹਨਾਂ 'ਚ ਕੁਝ 1-2 ਪਰਿਵਾਰ ਇਹ ਨੇ ਜਿਹੜੇ ਕਿ ਕਮਰਸ਼ੀਅਲੀ ਬਿਜਲੀ ਯੂਜ਼ ਕਰਦੇ ਆ, ਫੈਕਟਰੀਆਂ ਲਾਈਆਂ ਨੇ, ਸ਼ਾਇਦ ਉਹਨਾਂ ਦੀ ਗੱਡੀਆਂ ਆਣੀਆਂ ਨੇ, ਤੇ ਜਿਹੜੀ ਲੋਡਿੰਗ ਕੈਪੈਸਿਟੀ ਹੈ, ਜਿਹੜਾ ਗਰਮੀਆਂ 'ਚ ਟਰਾਂਸਫਾਰਮਰ ਤੇ ਲੋਡ ਵਧਣਾ ਹੈ, ਇਹ ਵੀ ਉਹਨਾਂ 2 ਫੈਕਟਰੀਆਂ ਵਾਲੇ ਘਰਾਂ ਦੇ ਮਾਲਕਾਂ ਕਰਕੇ ਹੀ ਵਧਣਾ ਹੈ। ਪਰ ਮੁਹੱਲੇ ਵਾਲੇ ਉਹਨਾਂ ਦਾ ਇਸ ਵਕਤ ਸਾਥ ਦੇ ਰਹੇ ਆ ਤੇ ਇਹ ਪਰਿਵਾਰ ਇਸ ਵਕਤ ਇਕੱਲਾ ਹੈ। ਹੁਣ ਤੁਸੀਂ ਫੈਸਲਾ ਕਰੋ ਕਿ ਇਹ ਉਹ ਪਰਿਵਾਰ ਇਕੱਲਾ ਜਿਹੜਾ ਕਹਿ ਰਿਹਾ ਕਿ ਅਸੀਂ ਪੈਸੇ ਲਾਏ ਆ, ਅਸੀਂ ਪਲਾਟ ਜਾਂ ਮਕਾਨ ਲਿਆ, ਅਸੀਂ ਦੂਜਾ ਗੇਟ ਵੀ ਗਲੀ ਦੇ ਪਾਸੇ ਕੱਢਣਾ ਹੈ, ਇਹ ਸਹੀ ਨੇ? ਜਾਂ ਜਿਹੜਾ ਮੁਹੱਲਾ ਸਾਰਾ ਇੱਕ ਪਾਸੇ ਹੋਇਆ ਸਿਰਫ ਇੱਕ ਬਿਜਲੀ ਦੀ ਖਪਤ ਜ਼ਿਆਦਾ ਕਰਨ ਵਾਸਤੇ, ਟਰਾਂਸਫਾਰਮਰ ਨਵਾਂ ਲਵਾਉਣ ਵਾਸਤੇ ਇੱਕ ਪਾਸੇ ਹੋਇਆ ਉਹ ਸਹੀ ਹੈ ਜਾਂ ਇਹ ਸਹੀ ਨੇ? ਇਹ ਫੈਸਲਾ ਹੁਣ ਦਰਸ਼ਕਾਂ ਦੇ ਕੋਲ ਹੈ। ਸਰ ਜੀ ਸਾਡੇ ਨਾ ਪੇਪਰਾਂ ਦੇ ਵਿੱਚ ਵੀ 2 ਗਲੀਆਂ ਪਲਾਟ ਆ ਜੀ। ਅਸੀਂ ਇਹੀ ਸੋਚਿਆ ਸੀ ਵੀ ਇੱਕ ਭਾਈ ਉਧਰ ਆਪਾਂ ਰਹਿ ਸਕਦੇ ਹਾਂ, ਜਿੱਦਾਂ ਮਰਜ਼ੀ ਵੀ ਉਹ ਗਲੀ ਵੀ ਵਰਤ ਸਕਦੇ ਹਾਂ, ਠੀਕ ਹੈ ਜੀ। ਪਹਿਲਾਂ ਤੋਂ ਹੀ ਅਸੀਂ 2 ਗਲੀਆਂ ਦੇਖ ਕੇ ਅਸੀਂ ਪਲਾਟ ਲਿਆ ਜੀ, ਪੈਸੇ ਲਾਏ ਆ ਜੀ।
ਅੱਜ ਸਾਡਾ ਟਰਾਂਸਫਾਰਮ ਲੱਗ ਗਿਆ, ਕੱਲ ਨੂੰ ਸਾਡਾ ਬੱਚਾ ਵੀ ਕੋਈ ਨਾਲ ਲੱਗ ਸਕਦਾ ਜੀ, ਸਪਾਰਕ ਕਰ ਗਿਆ, ਕੱਪੜੇ ਪਾਉਣ ਗਏ, ਕੁਝ ਵੀ ਹੋ ਸਕਦਾ। ਮਾੜਾ ਟਾਈਮ ਦੱਸ ਕੇ ਨਹੀਂ ਆਉਂਦਾ। ਹਾਂਜੀ ਹਾਂਜੀ, ਕੁਝ ਵੀ ਹੋ ਸਕਦਾ ਜੀ। ਗੇਟ ਅੱਗੇ ਕੋਈ ਚੀਜ਼ ਲਾਉਣੀ ਕੋਈ ਜਸਟੀਫਾਈ ਨਹੀਂ ਕਰਦੀ ਉਸ ਸਿਚੁਏਸ਼ਨ ਨੂੰ। ਸਾਡੇ ਗੇਟ ਅੱਗੇ, ਅਸੀਂ ਤੁਹਾਡੇ ਗੇਟ ਅੱਗੇ ਕੋਈ ਚੀਜ਼ ਜਾ ਕੇ ਲਾ ਦਈਏ, ਤੁਹਾਨੂੰ ਕਿੱਦਾਂ ਲੱਗੇਗਾ? ਅਸੀਂ ਹੁਣ ਸਰ ਰਹਿ ਗਏ ਇਕੱਲੇ, ਉਹ ਹੁਣ ਪਰਿਓਂ ਮਹੱਲਾ ਇਕੱਠਾ ਕਰ ਲਿਆ, ਐਮਐਲਏ ਲੈ ਆਏ ਨਾਲ, ਮੁਲਾਜ਼ਮ ਬੁਲਾ ਲਏ ਜੀ, ਚਾਹੇ ਉਹ ਧੱਕੇ ਨਾਲ ਹੀ ਕਰ ਰਹੇ ਆ ਕੰਮ, ਉਹ ਕਰੀ ਜਾ ਰਹੇ ਆ ਜੀ। ਹਾਂਜੀ, ਸੋ ਕਿਤੇ ਨਾ ਕਿਤੇ ਥੋੜਾ ਜਿਹਾ ਦੁੱਖ ਹੈ, ਤਕਲੀਫ ਹੈ, ਤੇ ਕਿਤੇ ਨਾ ਕਿਤੇ ਉਹ ਗੱਲ ਨੂੰ ਫੀਲ ਕਰ ਰਹੇ ਆ। ਉਹ ਕਹਿੰਦੇ ਵੀ ਅਸੀਂ ਭਰਾ ਇਕੱਠੇ ਆ, ਲੇਕਿਨ ਅਸੀਂ ਰਹਿਣਾ ਵੀ ਪਿਆਰ ਨਾਲ ਆ, ਪਰ ਪਰਿਵਾਰ ਜਿਉਂ ਸਮਾਂ ਹੁੰਦਾ, ਪਰਿਵਾਰ ਵੱਡੇ ਹੁੰਦੇ ਆ ਤਾਂ ਉਸ ਹਿਸਾਬ ਦੇ ਨਾਲ ਕਦੀ ਬੰਦਾ ਅੱਗੇ ਪਿੱਛੇ ਐਡਜਸਟਮੈਂਟ ਕਰ ਲੈਂਦਾ ਘਰ ਦੇ ਵਿੱਚ, ਚਾਹੇ ਬੈੱਡਰੂਮ ਹੋਣ ਜਾਂ ਕਿਚਨ ਹੋਵੇ, ਕੁਝ ਵੀ ਹੋਵੇ। ਪਰ ਇਹ ਉਹਨਾਂ ਦਾ ਅੰਦਰੂਨੀ ਮਾਮਲਾ, ਪਰ ਗੱਲ ਜੋ ਵੀ ਹੋਵੇ, ਸ਼ਾਇਦ ਜੋ ਮੁਹੱਲੇ ਵਾਲੇ ਇੱਕ ਪਾਸੇ ਇਕਮਤ ਹੋਏ ਆ, ਸੋ ਉਸ ਨੂੰ ਲੈ ਕੇ ਹੁਣ ਇਹ ਪਰਿਵਾਰ ਇੱਕ ਪਾਸੇ ਹੈ, ਮੁਹੱਲੇ ਵਾਲੇ ਇੱਕ ਪਾਸੇ ਹੈ, ਪਰ ਫਿਰ ਵੀ ਇਸ ਪਰਿਵਾਰ ਦੀ ਇਹ ਸ਼ਰੀਫੀ ਹੈ ਕਿ ਇਹ ਸਿਰਫ ਗੱਲ ਹੀ ਕਰ ਰਹੇ ਸੀਗੇ, ਕਿਸੇ ਵੀ ਤਰ੍ਹਾਂ ਦੀ ਕੋਈ ਉੱਚੀ ਆਵਾਜ਼ ਜਾਂ ਕਿਸੇ ਵੀ ਤਰ੍ਹਾਂ ਦਾ ਰੋਲਾ ਰੱਪਾ ਇਸ ਪਰਿਵਾਰ ਵੱਲੋਂ ਨਹੀਂ ਪਾਇਆ ਗਿਆ। ਸੋ ਉਸ ਚੀਜ਼ ਵਾਸਤੇ ਪਰਿਵਾਰ ਨੂੰ ਸ਼ਾਬਾਸ਼ ਬਣਦੀ ਹੈ। ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਲੁਧਿਆਣਾ ਲਾਈਵ ਨਿਊਜ਼।